प्रोग्राम हालात हाज़रा देखने वालों की खिदमत में मोहब्बत भरा सलाम। नाज़रीन, आजकल मैं जर्मनी में मौजूद, शदीद गर्मी यहाँ भी, और आज तो सारा दिन बाहर निकलना भी मुश्किल था, और इस वक़्त भी गाड़ी में ही हूँ, वहाँ से प्रोग्राम कर रहा हूँ। यकूब साहब इटली से हमारे साथ होंगे। यकूब साहब, क्या हाल है? जी, अस्सलाम वालेकुम। शुक्रगुज़ार पाक का। यकूब साहब, ये बताइए कि आज फज़ल रहमान ने मुलाकात की है शहबाज शरीफ से। मुझे तो ये लग रहा है कि ये नई गेम डाल रहे हैं कि इंतखाबात कोई नहीं होने, 1 डेढ़ साल और इसी गवर्नमेंट को वो खींचेंगे। आप क्या कहते हैं इसके बारे में? जी साहब, अस्सलाम वालेकुम व रहमतुल्लाह। ਤੁਹਾਨੂੰ वाह! ਤੁਹਾਡੀ ਪੂਰੀ ਟੀਮ ਤੇ ਸਾਰੇ ਪਾਕਿਸਤਾਨੀਆਂ ਮੇਰੇ ਭੈਣ वालेकुम सलाम। ਇਲੈਕਸ਼ਨ ਵਾਲੀ ਜੀ ਬਿਲਕੁਲ ਗੱਲ ਕੋਈ ਨਹੀਂ। ਜਿਹੜੀਆਂ ਗੱਲਾਂ ਕਰਦੀਆਂ ਮੈਂ ਰੋਜ਼ ਸੁਣਨਾ, ਤੁਸੀਂ ਤਾਂ ਫਰਮਾਉਂਦੇ ਹੋ ਮੈਂ ਸਹਿਨ ਕਰ ਦੇਣਾ। ਸਵਾਲ ਹੀ ਪੈਦਾ ਨਹੀਂ ਹੁੰਦਾ ਇਲੈਕਸ਼ਨ ਕਰਾਉਣ ਤੇ ਜੇ ਇਲੈਕਸ਼ਨ ਕਰਾਉਣਗੇ ਵੀ ਜਵੇਦ ਸਾਹਿਬ ਤੇ ਇਲੈਕਸ਼ਨ ਨਹੀਂ ਹੋਣੀ, ਉਹ ਹੀ ਅਸ਼ਰ ਹੋਣਾ ਜੋ ਪੁੱਟੋ ਨਹੀਂ ਕੀਤੇ ਆ। ਬਈ ਮੈਂ ਹੀ ਰਵਾਂ, ਹੋਰ ਕੋਈ ਨਾ ਰਵੇ। ਤੇ ਮੈਂ ਜਿਹੜੀ ਜਿਹਨਾਂ ਬੰਦੇ ਨੂੰ ਜਦੋਂ ਮਾਰਦੀ ਹੈ ਨਾ, ਮੈਂ ਹੀ ਮਾਰਦੀ ਹੈ। ਤੁਹਾਨੂੰ ਪਤਾ ਨਾ, ਜਿਹੜੇ ਇਬਲੀਸ ਹੈ ਜਦ ਤੱਕ ਹਲਾਜ ਨਹੀਂ ਹੁੰਦਾ, ਜਦ ਤੱਕ ਅਸੀਂ ਜਾ ਕੇ ਉੱਥੇ ਸ਼ੈਤਾਨ ਨੂੰ ਕੰਕਰੀਆਂ ਨਾ ਮਾਰੀਏ। ਤੇ ਸ਼ੈਤਾਨ ਫਰਿਸ਼ਤਾ ਵਾ, ਤੁਹਾਨੂੰ ਪਤਾ ਹੈ ਬਈ ਸਰਦਾਰ ਹੈ ਤੇ ਉਹਦੇ ਕੋਲ ਬੜਾ ਇਲਮ ਆ, ਉਹਦਾ 7 ਅਸਮਾਨ ਦਾ ਨਾਂ ਲਿਖਿਆ ਗਿਆ। ਕਿਉਂ ਰਾਦਾ ਦਰਾ ਕਿਉਂ ਹੈ? ਇਸ ਵਾਸਤੇ ਕਿ ਉਹਨਾਂ ਅੱਲਾ ਦੀ ਦਾਤ ਦਾ ਫਰਜ਼ ਹੁਕਮ ਨਹੀਂ ਮੰਨਿਆ। ਸਾਰੇ ਫਰਿਸ਼ਤਿਆਂ ਇਨਸਾਨ ਨੂੰ ਸਜਦਾ ਕੀਤਾ, ਉਹ ਆਕੜ ਗਿਆ। ਇਹ ਜਿਹੜੀ ਅਕਲ ਹੈ, ਜਿਸ ਤਰ੍ਹਾਂ ਇਹ ਲੋਹਾਰ ਨੇ ਇੱਕ ਦਾ ਘਰ ਬੰਦੇ ਨੇ ਟਕੇ ਦੇ, ਇਹ ਯਕੀਨ ਕਰੋ ਕਿ ਮੇਰੇ ਕੋਲ ਇਹਨਾਂ ਦੇ ਪਿੰਡ ਦੇ ਬੰਦੇ ਤੁਹਾਨੂੰ ਅੱਗੇ ਦੱਸਿਆ ਸੀ, ਜਾਤੀ ਉਮਰ ਦੇ, ਮੈਨੂੰ ਸਾਰੀਆਂ ਕਹਾਣੀਆਂ ਸਿੱਖ ਦੱਸਿਆ, ਬੜਾ ਸਿੱਖ ਹੈ। ਉਹ ਇਹਨਾਂ ਦੇ ਪਿੰਡ ਦੇ ਨੇ ਖਾਸ, ਉਹ ਆਦੇ ਨੇ ਉੱਥੇ ਇਹਨਾਂ ਦਾ ਨਾਂ ਹੈ ਸ਼ੋਰੇ ਤੇ ਸ਼ਿਕਰੇ ਮੰਗ ਕੇ ਖਾਂਦੇ। ਇਹਨਾਂ ਜਿਹੜੀ ਮਾਂ ਹੀ ਜਵਨ ਕਰ ਭਾਂਡੇ ਮਾਂਜਦੀ। ਇਹਨਾਂ ਦਾ ਜਿਹੜਾ ਪਿਓ ਸ਼ਰੀਫ ਆਇਆ ਉਹ ਢਲਾਈ ਦਾ ਕੰਮ ਕਰਦੇ। ਉਹ ਸਾਰੇ ਇਹਨਾਂ ਦੀ ਔਕਾਤ ਜੀ। ਅੱਛਾ ਯਕੂਬ ਸਾਹਿਬ, ਉਹ ਤੇ ਬਰਤਨ ਮਾਂਜਦੀ ਸੀ ਤੇ ਹੁਣ ਪੂਰੀ ਕੌਮ ਨੂੰ ਬਰਤਨ ਮਾਂਜਣ ਤੇ ਲਾ ਦਿੱਤਾ ਇਹਨਾਂ ਨੇ। ਮੈਂ ਕਰ ਰਹੀ ਵੀ ਜਿਹੜੀ ਕੌਮ ਇਹੋ ਜਿਹੀ ਅਮਲ ਜਵੇਦ ਸਾਹਿਬ, ਇਹਨਾਂ ਦੀ ਕੋਈ ਬਦਮਾਸ਼ ਬਹਾਦਰ ਨਹੀਂ ਹੁੰਦਾ। ਮੈਂ ਧੱਕੇ ਨੇ ਆਪਣੇ ਲੱਗੇ ਨਹੀਂ ਸਕਦਾ ਹੁੰਦਾ। ਗੁਜਰਾਤ ਦੀ ਬਦਮਾਸ਼ੀ ਜਿਹੜੀ ਹੈ ਪੂਰੇ ਪਾਕਿਸਤਾਨ ਤੇ ਮਸ਼ਹੂਰ ਹੈ। ਮੈਂ ਧੱਕੇ ਨੇ ਯਕੀਨ ਕਰੋ, ਜਿਹੜੇ ਬਦਮਾਸ਼ ਹੁੰਦੇ ਇਹਨਾਂ ਦੀ ਟਕੇ ਦੀ ਵੈਲਿਊ ਹੁੰਦੀ ਜੀ। ਫਿਰ ਬਦਮਾਸ਼ ਦੇ ਨਾਲ 10-20 ਬੰਦੇ ਲੱਗਦੇ ਨੇ ਨਾ, ਉਹਨੂੰ ਪੰਪ ਮਾਰਦੇ ਨੇ, ਨਾਲ 10 ਬੰਦੇ ਅਸਲ ਚੁੱਕ ਲੈਂਦੇ ਨੇ, ਉਹ 2-4 ਬੰਦੇ ਮਾਰ ਲੈਂਦੇ ਨੇ। ਬੰਦੇ ਬੁਜ਼ਦਿਲੀ ਵਿਖਾਉਂਦੇ ਨੇ। ਜਿਸ ਵੇਲੇ ਬੰਦਾ ਖਲੋ ਜੇ, ਮੈਂ ਇੱਕ ਬੰਦਾ ਤੱਕਿਆ, ਮੇਰੀ ਤਹਿਸੀਲ ਦਾ, ਮੇਰੇ ਇਲਾਕੇ ਦਾ ਬੰਦਾ, ਟਾਂਗਾ ਬੰਦਿਆ ਮਾਲਾ ਜਿਹਾ ਬੰਦਾ ਹੈ, ਉਹਦੇ ਪਿੰਡ ਮੈਂ ਨਾਂ ਨਹੀਂ ਦਿੰਦਾ, ਤੁਸੀਂ ਆਖਦੇ ਹੋ ਕਿ ਮੈਨੂੰ ਕੋਈ ਡਰ ਨਹੀਂ। ਬਿਲਕੁਲ ਮੈਂ ਨਹੀਂ ਡਰਦਾ ਕਿਸੇ ਬੰਦੇ ਤੋਂ, ਮੈਂ ਡਰਨਾ ਰੱਬ ਰਸੂਲ ਕੋਲੋਂ। ਇੱਕ ਹਦੀਸ ਪਾਕ ਹੈ ਕਿ ਜਿਹੜਾ ਅੱਲਾਹ ਤਆਲਾ ਦੇ ਪਿਆਰੇ ਹਬੀਬ ਕੋਲ ਡਰਦਾ ਨਾ, ਉਹ ਦੁਨੀਆ ਦੀ ਕਿਸੇ ਤਾਕਤ ਕੋਲ ਨਹੀਂ ਡਰਦਾ। ਤੇ ਜਿਹੜਾ ਅੱਲਾਹ ਤਾਲਾ ਕੋਲ ਨਹੀਂ ਡਰਦਾ, ਉਹ ਦੁਨੀਆ ਦੇ ਅੱਜ ਤੱਕ ਦੇ ਬੰਦੇ ਕੋਲ ਡਰਦਾ। ਜਿਹਦੇ ਦੇਖੋ ਨਾ ਰਾਹ ਡਟੇ ਹੈ, ਕਿਉਂ ਡਟੇ? ਮੇਰਾ ਈਮਾਨ ਹੈ, ਉਹਦੇ ਚਿਹਰੇ ਤੇ ਨੂਰ ਵਸਦਾ। ਕਿਉਂ? ਉਹ ਖੁਦਾ को डरता ਪਿਆ। ਬੰਦਾ ਜਿਸ ਵੇਲੇ ਕਿਸੇ ਨੂੰ ਰਾਹ ਰਾਸਤੇ ਲਾ ਦੇ, ਅਬੂ ਜੇਲ ਚਾਚਾ ਹਜ਼ੂਰ ਪਾਕ ਦਾ ਪੁੱਤਰ ਜਿਹੜਾ ਆ, ਦੇਖ ਲਓ ਤੁਸੀਂ, ਜਿਸ ਵੇਲੇ ਉਹਨੂੰ ਰੱਬ ਨੇ ਤੌਫੀਕ ਦਿੱਤੀ, ਉਹ ਮੁਸਲਮਾਨ ਬੜੇ ਉਹਦੇ ਕਾਰਨਾਮੇ। ਅੱਛਾ ਗੱਲ ਸੁਣੋ ਮੇਰੀ, ਮਜ਼ਹਬ ਵੱਲ ਨਾ ਜਾਇਆ ਕਰੋ, ਇੱਥੇ ਰੱਖੋ ਪਾਕਿਸਤਾਨ ਦੀ ਸਿਆਸਤ ਹੀ ਰੱਖੋ ਸਾਰਾ ਕੁਝ। ਮੈਂ ਪਾਕਿਸਤਾਨ ਦੀ ਸਿਆਸਤ ਇੱਕ ਬਹਾਨਾ ਦਿੱਤਾ ਤੁਹਾਨੂੰ ਮੈਂ, ਜਿਸ ਵੇਲੇ ਅੱਲਾਹ ਤਾਲਾ ਕਿਸੇ ਨੂੰ ਤੌਫੀਕ ਦੇ ਨਾ ਸਿੱਧੇ ਰਸਤੇ ਚੱਲਣ ਦੀ, ਉਹਨੂੰ ਮੰਨਣਾ ਚਾਹੀਦਾ। ਇਹ ਜਿਹੜੇ ਨਹੀਂ ਮੰਨਦੇ ਪਏ, ਤੁਸੀਂ ਕਿਹਾ ਜਰੂਰ ਇਲੈਕਸ਼ਨ ਕਰਾਉਣਗੇ। ਜਿਹੜੀ ਇਸ ਵੇਲੇ 14 ਪਾਰਟੀਆਂ ਨੇ, 13 ਨਹੀਂ ਹੈ 14 ਨੇ, ਜਿਤਨੀ ਪੁਲਿਸ ਹੈ, ਜਿਤਨੀ ਆਰਮੀ ਹੈ, ਖਾਲੀ ਸਫਾਈ ਤੋਂ ਲਾ ਕੇ ਤੁਸੀਂ ਕਰਨ ਨੂੰ ਛੱਡ ਦਿਓ, ਥੋੜੇ ਬੰਦੇ ਕਰਨ ਨੂੰ ਵੀ ਸ਼ਾਮਲ ਹੋਣਗੇ। ਜਿਤਨੇ ਬੰਦੇ, ਜਿਤਨੇ ਅਦਾਰੇ ਨੇ, ਤੁਸੀਂ ਏਸੀ ਤੋਂ ਲੱਗ ਪਵੋ, ਮੈਜਿਸਟ੍ਰੇਟ ਤੋਂ ਸਿਵਲ ਜੱਜ, ਹਾਈ ਕੋਰਟ, ਸੁਪਰੀਮ ਕੋਰਟ, ਪੂਰੇ ਪਾਕਿਸਤਾਨ ਜਿਵੇਂ ਸਭ ਇੱਕ ਵੀ ਅਦਾਰਾ ਐਸਾ ਨਹੀਂ ਜਿਹੜਾ ਕੰਮ ਕਰਦਾ ਪਿਆ। ਪਤਾ ਨਹੀਂ ਦੁਨੀਆ ਕਿੰਝ ਜ਼ਿੰਦਾ ਜੇ। ਪਾਕਿਸਤਾਨ 'ਚ 2 ਹੀ ਬੰਦੇ ਜ਼ਿੰਦਾ ਨੇ, ਜਾਂ ਬੇਗੈਰਤ ਤੇ ਜਾਂ ਜ਼ਾਲਮ। ਤੁਸੀਂ ਜੇ ਤੁਸੀਂ ਮੁਲਕ ਦੁਸ਼ਮਣ ਖਾ ਲਓ, ਜਿਸ ਤਰ੍ਹਾਂ 11-12 ਜਨਰਲ ਮੁਲਕ ਦੁਸ਼ਮਣ ਨੇ, ਮੈਂ ਇਹਨਾਂ ਨੂੰ ਜਨਰਲ ਨਹੀਂ ਕਹਿੰਦਾ, ਮੁਲਕ ਦੁਸ਼ਮਣ ਨੇ, ਗੱਦਾਰ, ਗੱਦਾਰੇ ਆਜ਼ਮ ਨੇ। ਇਹਨਾਂ ਦਾ ਕੀ ਕੰਮ ਹੈ ਜੀ? ਅੱਜ ਮੈਂ ਇੱਕ ਬੰਦੇ ਦਾ ਉਹ ਸੁਣਿਆ ਤਬਸਰਾ ਟੀਵੀ ਤੇ, ਉਹ ਪਿਆਸਦਾ ਸੀ ਬਈ ਆਸ ਮੈਂ ਮੁਨਾਫਿਕ ਤਰੀਕ ਕੀਤੀ ਹੈ ਜੀ, ਬੜਾ ਇੱਕ ਹਾਲ ਵਿੱਚ ਅੰਦਰ ਗਿਆ ਤੇ ਨਾਲ ਉੱਥੇ ਗਿਆ ਸੀ ਜਿਹੜਾ ਉਹ ਸ਼ਰੀਫੇ, ਉਹ ਢੱਕਣੇ ਦਾ ਪੁੱਤਰ ਤੇ ਉਹ ਨਸੀਮ ਢੱਕਣੇ ਦਾ ਜਿਹੜਾ ਉਹ ਬਾਂਦਰ ਖਾਨ ਕਿਹਦਾ, ਮੈਂ ਉਹਦੀ ਸ਼ਕਲ ਦੇਖਾਂ ਹੁਣ ਮੈਨੂੰ ਫਿਰ ਦੁਬਾਰਾ ਵੁਜ਼ੂ ਕਰਨਾ ਪੈ ਜਾਵੇ। ਉਹ ਸ਼ਬਾਲਾ ਤੇ ਉਹ ਉਹਨੂੰ ਆ ਜਾ ਤੂੰ ਤਕਰੀਰ ਕਰ, ਤੇ ਉਹਨੂੰ ਆ ਜਾ ਤੂੰ ਤਕਰੀਰ ਦੱਸੋ। ਉਹ ਆਸ ਮੈਂ ਮੁਨਾਫਿਕ ਦਾ ਕਿਹੜਾ ਕੰਮ? ਉਹ ਇੱਕ ਰਿਟਾਇਰ ਹੈ, ਪਤਾ ਨਹੀਂ ਉਹ ਇੱਕ ਹਵਾਲਦਾਰ ਮੇਜਰ ਬਣਨ ਦੇ ਕਾਬਲ ਦਾ ਨਹੀਂ ਹੈ, 3 ਜਨਰਲ ਬਣ ਗਿਆ, ਜਿਹਨੇ ਵੀ ਬਣਿਆ ਧੋਖੇ ਨਾਲ ਹੋ ਗਿਆ ਹੈ। ਜਿਹਨੂੰ ਸ਼ਰੀਫੇ ਲੋਹਾਰ ਦੇ ਮੁੰਡੇ ਨੇ, ਜਿਹੜਾ ਆਪਣਾ ਇਹ ਪੂਰੀ ਦੁਨੀਆ ਦਾ ਗੱਦਾਰ ਹੈ, ਅਰਬਾਂ ਖਰਬਾਂ ਮੁਲਕ ਦੁਸ਼ਮਣ ਹੈ, ਉਹਦੇ ਤੇ ਕੇਸ ਨੱਸਿਆ ਇਥੋਂ,
ਉਹਨੂੰ ਅਪਾਇੰਟਮੈਂਟ ਕਰਦਾ ਪਿਆ, ਉਹਦੀ ਕੀ ਹਕੀਕਤ ਕੀ ਹੈ, ਨੀਅਤ ਕੀ ਹੈ, ਇਨਸਾਨੀਅਤ ਕੀ ਹੈ, ਉਹਦੀ ਨਸਲ ਕੀ ਹੈ। ਉਹ ਨੌਕਰ ਹੈ, ਮੁਲਾਜ਼ਮ ਹੈ। ਯਾਰ ਜੇ ਤੂੰ ਲੱਗ ਗਿਆ, ਤੈਨੂੰ ਲੋਕਾਂ ਦੀ ਗੈਰਤ ਨੇ ਜਿਹੜੇ ਪਾਰਲੀਮੈਂਟ ਤੇਰੇ ਸਾਹਮਣੇ ਬਹਿ ਕੇ ਤੈਨੂੰ ਵੇਰਿਆ ਦਾ ਮਾਲ ਦੇਣਾ, ਤੂੰ ਉਹਨਾਂ ਦੀ ਨਸਲ ਤੇ, ਉਹਨਾਂ ਦੀ ਸ਼ਕਲ ਤੇ, ਉਹਨਾਂ ਦੀ ਅਕਲ ਤੇ, ਉਹਨਾਂ ਦੀ ਅਸਲ ਤੇ, ਉਹਨਾਂ ਦੀ ਪੂਰੀ ਨਸਲ ਤੇ, ਜਿਹੜੇ ਰਿਜ਼ਕ ਖਾਨ ਤੁਹਾਡੇ ਆਰਾਮ ਦੇ ਪੈਸਿਆਂ ਦਾ, ਜਿਹੜੇ ਤੁਸੀਂ ਨਾਲ 35 ਸੀਟਾਂ ਆ ਰਹੀਆਂ ਐਮਐਨਏ ਦੀਆਂ, ਜਿਵੇਂ ਸਭ ਬਾਜਵੇ ਬਗੈਰਤ ਦਗਲ ਦਲੇ ਨੇ ਦਵਾਈਆਂ ਨੇ ਵਿੱਚੋਂ ਖਾਜਾ ਅਸਲ ਵੀ ਸ਼ਾਮਲ ਜੇ ਲਾਹੌਰ ਤੋਂ ਸਾਰੇ ਆ ਰਹੇ ਜੀ ਬਿਲਕੁਲ ਨਹੀਂ ਦੱਸ ਰਿਹਾ। ਇਹ ਤਾਂ ਗੱਲੇ ਇਹ ਤਾਂ ਕੰਜਰ ਨੇ, ਕੁੜੀਆਂ ਦੀ ਕਮਾਈ ਖੜੇ ਨੇ, ਬਕਵਾਸ ਬੇਗਰਤ ਕਰਦੇ ਨੇ ਜਿਹੜੇ ਆਦੇ ਨੇ ਜੀ ਇਹਨਾਂ ਜਨਰਲ ਵਾਲੇ ਜਨਰਲ ਇਸ ਵਾਲੇ ਨਹੀਂ ਵਾਲੇ ਇਮਰਾਨ ਖਾਨ ਨਾਲ ਉਹਦਾ ਉਸ ਵੇਲੇ ਦੀ ਹਵਾ ਆਈ ਉਹ ਬਣਦੇ ਪਿਆ 2-2.5 ਲੈ ਕੇ। ਉਸ ਵੇਲੇ ਬਾਜਵੇ ਨੇ ਇਹਦੇ ਕੋਲ ਮਾਲ ਲੈ ਕੇ ਨਵਾਜ਼ ਸ਼ਰੀਫ ਦੇ ਕੋਲ ਇਹਨੂੰ ਬੁਲਾਇਆ, ਇਹਨੂੰ ਸੀਟਾਂ ਦਵਾਈਆਂ, ਉਹ ਬਗੈਰ ਪੁੱਛੀ ਕਹਾਣੀ ਉਹਨਾਂ ਦਾ ਕੰਮ ਹੈ ਕੰਜਰ ਕਿਹੜਾ ਉਹਨਾਂ ਚ ਬੰਦਾ ਬਣ ਕੇ ਜਿਸ ਮੁਲਕ ਦਾ ਵਜ਼ੀਰ ਖਾਰਜਾ ਜਿਹੜਾ ਹੋਵੇ ਦੱਸੋ ਜਿਹਦੀ ਖਾਰਿਸ਼ ਹੀ ਮੱਛੀ ਨਹੀਂ ਹੁੰਦੀ ਨਾਲ ਬੰਦੇ ਠੋਕੇ ਤੋਂ ਰੱਖੇ ਨਾ ਆਪਣੇ ਜਿਸ ਮਰੀਮ ਆਦੀ ਹੈ ਨਾ ਉਹ ਸਫਸਰ ਬਣ ਦੀ 20-25% 75 ਤੇ ਪੂਰੇ ਅਰਬਾਂ ਦੀਆਂ ਨੇ ਉਹ ਆਦੀ ਹੈ ਬਈ ਇਮਰਾਨ ਖਾਨ ਦੇ ਮੇਰੇ ਠੋਕਣ ਦਾ ਬੰਦੋਬਸਤ ਕਰੋ। ਅੱਛਾ ਨਾਲ ਫੋਟੋ ਬਣਾਉਂਦੀ ਜੋ ਮਰਜ਼ੀ ਉਹ ਦਸ ਤੇ ਗੁਨਾਹ ਦੇ ਦੀ ਬੱਚੇ ਸਮਝਦੇ ਕੀ ਕਰ ਰਹੀ ਹੈ ਉਹ ਬਚਪਨ ਤੋਂ ਕੀ ਕਰ ਰਹੀ ਪਰ ਲੋਕ ਪਾਗਲ ਤੇ ਕੋਲੀ ਨਾ ਲੋਕਾਂ ਨੂੰ ਪਤਾ ਨਾ ਇਹਦਾ ਚਿਹਰਾ ਅਸਲੀ ਹੈ ਨਾ ਇਹਦੇ ਚਾਚੇ ਨਾ ਇਹਦੇ ਪੂਰਾ ਸਿਰ ਅਸਲੀ ਹੈ ਅਸਲੀ ਸਿਰ ਵਿਖਾਓ ਜਿਸ ਨੇ ਖਲੋਤੇ ਆ ਉਹਦੇ ਕੋਲ ਬਾਬੇ ਵਿਆਹ ਵਾਲਾ ਕੋਈ ਟਿੰਡ ਅਸਰ ਕਰ ਗਿਆ ਜੀ ਨਵਾਜ਼ ਸ਼ਰੀਫ ਏਡਾ ਕੀ ਬੁਰੀ ਟਿੰਡ ਪੂਰੀ ਏਸ਼ੀਆ ਵਿੱਚ ਨਹੀਂ ਹੈ ਕੋਈ ਯੂਰਪ ਜਦੋਂ ਵੱਖਰੀ ਗੱਲ ਜੇ ਜੋ ਇਹਨਾਂ ਬਿਲਕੁਲ ਜਿਵੇਂ ਸਭ ਇਲੈਕਸ਼ਨ ਨਹੀਂ ਕਰਾਣੇ ਕੋਈ ਹੱਲ ਨਹੀਂ ਜੇ ਬਿਲਕੁਲ ਦਵਾਈ ਖੁਦਾ ਦੀ ਜੇ ਇਹਨਾਂ ਕੋਲ ਜਿਸ ਹੱਦ ਤੱਕ ਕਿਉਂਕਿ ਇਹਨਾਂ ਮੁਲਕ ਦਾ ਕਾਬੂ ਆ ਗਿਆ ਤੇ ਜਿਸ ਵੇਲੇ ਕਿਸੇ ਦਾ ਮੁਲਕ ਕਾਬੂ ਆ ਜਾਏ ਪੁਲਿਸ ਬਗੈਰਤ ਹੋਵੇ ਜੱਜ ਬਗੈਰਤ ਹੋਵਣ ਜਿਤਨੇ ਅਦਾਰੇ ਬਗੈਰਤ ਹੋਵਣ ਡਰਦੇ ਹੋਣ ਗੈਰਤ ਨਾਲ ਖਾਂਦੇ ਹੋਣ ਕਿਸੇ ਦੀ ਗੈਰਤ ਨਹੀਂ ਪਈ ਆਉਂਦੀ। ਚਲੋ ਗਲਤੀ ਹੋ ਗਈ ਸੁਪਰੀਮ ਕੋਰਟ ਦੇ ਜੱਜਾਂ ਕੋਲੋਂ ਉਹਨਾਂ ਹੁਕੂਮਤ ਆਈ ਇਮਰਾਨ ਖਾਨ ਦੀ ਦੁਬਾਰਾ ਬਹਾਲ ਨਹੀਂ ਕਰ ਸਕਦੇ ਕਿ ਤਮਾਸ਼ਾ ਲਾਏ ਜਾਣ ਲੱਖਾਂ ਤੁਸੀਂ ਤਨਖਾਹਾਂ ਲੈ ਦਿਓ। ਮੈਂ ਸੁਣਿਆ ਬਈ 90 ਲੱਖ ਰੁਪਏ ਮਹੀਨੇ ਜਿਵੇਂ ਸਾਹਿਬ ਇੱਕ ਜੱਜ ਪੈਂਦਾ ਜੇ ਅਕਸਰ ਕੌਮ ਨੂੰ ਗਰੀਬ ਕੌਮ ਨੂੰ ਓਏ ਹੋਏ ਤੇ ਕੰਮ ਕੀ ਕਰਦੇ ਨੇ ਕੰਮ ਕਰਦੇ ਨੇ ਮੇਰੇ ਕੋਲ ਮੂੰਹ ਨਿਕਲਿਆ ਫਿਰ ਤੁਸੀਂ ਆਖੋ ਮੈਂ ਗਾਲ ਨਿਕਲਦਾ ਕੰਮ ਕਰਦੇ ਜੇ ਮੁਨਾਫਕਤ ਜਨਮੀ ਜੇ ਪੱਕੇ ਜਨਮੀ ਜੇ ਅੱਜ ਨਾਲ ਸਭ ਨਾਲੋਂ ਪਹਿਲਾਂ ਮੈਂ ਤੇ ਹਦੀਸ ਪਾਕ ਸੁਣੀ ਹੈ ਕਿ ਸਭ ਨਾਲੋਂ ਜ਼ਿਆਦਾ ਜਿਹੜਾ ਹੋਣਾ ਨਾ ਹਿਸਾਬ ਕਿਤਾਬ ਉਹ ਜਿਹੜੇ ਬੰਦੇ ਵੱਡੀਆਂ ਸੀਟਾਂ ਤੇ ਬੈਠੇ ਹੋਣਗੇ ਨਾ ਅੱਲਾਹ ਨੂੰ ਕੋਲ ਪਕੜੇਗਾ ਜਿਹੜਾ ਗਰੀਬ ਬੰਦਾ ਨਾ ਤੁਹਾਡੇ ਮੇਰੇ ਕੋਲ ਜਿਵੇਂ ਸਾਹਿਬ ਕਿਨੇ ਪੁੱਛਣਾ ਹੈ ਅਸੀਂ ਜੇ ਗੁਨਾਹ ਕਰਨੇ ਆ ਤੇ ਅਸੀਂ ਕਿਸੇ ਦਾ ਹੱਕ ਤੇ ਨਾ ਖਾਂਦੇ ਆ ਕਤਲ ਨਹੀਂ ਕੀਤੇ ਮੈਂ 3 ਗੁਨਾਹ ਨਹੀਂ ਕੀਤੇ 4 ਛੋਟੀਆਂ ਮੋਟੀਆਂ ਗਲਤੀਆਂ ਨਮਾਜ਼ ਰੋਜ਼ੇ ਜਾ ਕੇ ਆਗੂ ਕੋਲੇ ਬਾਹਰ ਜਾ ਕੇ ਕਿਸੇ ਦਾ ਜਿਵੇਂ ਸਭ ਪੈਸਾ ਵੀ ਜ਼ਿੰਦਗੀ ਖਾਦਾ ਨਾ ਔਲਾਦ ਨੂੰ ਖਾਣ ਤੇ ਨਾ ਮੇਰੇ ਭਰਾਵਾਂ ਖਾਦੇ ਬਿਲਕੁਲ ਸਵਾਲ ਨਹੀਂ ਪੈਦਾ ਨਹੀਂ ਹੁੰਦਾ ਕਿਸੇ ਦਾ ਕੀ ਨਾ ਇੱਕ ਕੇ ਚੀਜ਼ ਬਿਸਕੁਟ ਵੀ ਬਗੈਰ ਉਹਦੀ ਇਜਾਜ਼ਤ ਤੋਂ ਮੈਂ ਕਿਸੇ ਦੇ ਘਰ ਮਹਿਮਾਨ ਗਿਆ ਅੱਲਾ ਦੀ ਕਸਮ ਰੱਬ ਕੋਲ ਡਰਦਾ ਜੇ ਮੈਂ ਘਰ ਤੋਂ ਅੱਜ ਇਸਤੇਮਾਲ ਕਰਨਾ ਉੱਥੇ ਵੀ ਉਹ ਨਹੀਂ ਕਰਨਾ ਮੈਂ ਇੱਕ ਫਾਲਤੂ ਰੋਲ ਪੇਪਰ ਇਸਤੇਮਾਲ ਨਹੀਂ ਕਰਦਾ ਵਾ ਕਿਸੇ ਦਾ ਘਰ ਹੈ ਮੈਂ ਮਸੀਤੀ ਜਾ ਵੁਜ਼ੂ ਕਰਾਂ ਨਮਾਜ਼ ਪੜ੍ਹਨਾ ਮੈਂ ਉੱਥੇ ਵੀ ਪੇਪਰ ਦੀ ਇਸਤੇਮਾਲ ਕਰਦਾ ਬਹੁਤ ਥੋੜੇ ਮੈਂ ਕਿਵੇਂ ਕਰੂ ਬੋਝੇ ਪਾ ਕੇ ਰੱਬ ਕੋਲ ਡਰਨਾ ਮੈਨੂੰ ਡਰ ਲੱਗਦਾ ਵਾਹ ਜਿਹੜੇ ਇਹ ਜ਼ਾਲਮ ਦੇ ਬੱਚੇ ਨੇ ਮੁਲਕ ਨੂੰ ਇਹ 90 ਨਾਲ ਤਨਖਾਹ ਲੱਖਾਂ ਰੁਪਇਆ ਗੱਡੀਆਂ ਫਰੀ ਇਸਲਾਮਾਬਾਦ ਚ ਰਿਹਾਇਸ਼ਾਂ ਮਾਲ ਫਰੀ ਬਿਜਲੀ ਫਰੀ ਪਾਣੀ ਫਰੀ ਗੈਸ ਫਰੀ ਟੂਲ ਟੈਕਸ ਫਰੀ ਤੇ ਕਰਦੇ ਕਿਸੇ ਨੇ ਪੈਸੇ ਬਹਿ ਕੇ ਤਮਾਸ਼ਾ ਲੱਗੇ ਹੈ ਲੱਖਾਂ ਕੇਸ ਪੈਂਡਿੰਗ ਪਏ ਦੁਨੀਆ ਜਾ ਜਾ ਕੇ ਕਰਾਏ ਪੂਰੇ ਪਾਕਿਸਤਾਨ ਜਵੇਦ ਸਾਹਿਬ ਕਦੇ ਅਦਾਲਤਾਂ ਫੈਸਲੇ ਕਰਨ ਇਨਸਾਫ ਦੇਣ ਰਾਈ ਟਾਈਮ ਤੇ 3 ਮਹੀਨੇ ਅੰਦਰ ਜ਼ਿਕਰ ਅਸੀਂ ਯੂਰਪ ਚ ਹੁੰਦੇ ਨੇ ਇੱਥੇ ਮੇਰੇ ਕਤਲ ਹੋਇਆ ਖਾਰੀਆਂ ਦਾ ਬੰਦਾ ਮਾਰਨੇ ਵਾਲੇ ਵੀ ਖਾਰੀਆਂ ਲੱਗਦੇ ਆ ਆਪੇ ਠੀਕ 3 ਮਹੀਨੇ ਅੰਦਰ 18 ਬੰਦੇ ਨੂੰ ਸਜ਼ਾ ਹੋਈ ਹੈ ਉਮਰ ਕੈਦ ਜਿਹੜੇ ਉਹਨਾਂ ਚ ਬੱਚਿਆਂ ਵਾਲੇ ਬੰਦੇ ਹਨ ਇੱਥੇ ਫਿਰ ਇਨਸਾਨੀਅਤ ਹੈ ਇਹਨਾਂ ਦੀ ਘਰ ਬੀਵੀਆਂ ਹੈ ਬੱਚੇ ਉਹਨਾਂ ਕਹਿੰਦੇ ਨੂੰ ਘਰ ਦੀ ਸਜ਼ਾ ਦਿਓ ਇਹਨਾਂ ਦੇ ਪੈਰਾਂ ਨਾਲ ਕੜੇ ਲਾ ਦਿਓ ਜੇ ਕਿਤੇ ਦੱਸਣ ਦੇ ਨਾ ਸੋ ਗਏ ਨੇ ਪਾਕਿਸਤਾਨੀ ਕੋਲ ਫੰਡ ਤੇ ਬੜੇ ਪਕੜ ਹੋ ਗਏ ਤੇ ਬਾਕੀ ਜਿਹੜੇ ਕੋਈ 2 ਹੀ ਤਾਰੀਖਾਂ ਪਈਆਂ ਨੇ ਪਹਿਲੀ ਤਾਰੀਖ ਪਈ ਹੈ ਥੋੜੇ ਜਿਹੇ ਬੰਦੇ ਘੱਟ ਹੈ ਜੋ ਦੂਜੀ ਤਾਰੀਖ ਫੈਸਲਾ ਹੋ ਗਿਆ ਮੈਂ ਆਪੂ ਤੈਅ ਕਿਸੇ ਜੁੱਤੇ ਤੋਂ ਪੁਲਿਸ ਕੋਲ ਨਿਕਲੀ ਅੱਛਾ ਗੱਲ ਸੁਣੋ ਅੱਛਾ ਮਰੀਮ ਔਰੰਗਜ਼ੇਬ ਅੱਜ ਕੱਲ੍ਹ ਬੜਾ ਬੋਲ ਰਹੀ ਹੈ ਉਹਨੂੰ ਕੀ ਪ੍ਰੋਬਲਮ ਹੋਈ ਦੀ ਉਹ ਕਹਿੰਦੀ ਹੈ ਕਿ ਇਹ ਜਿਹੜਾ ਸੋਸ਼ਲ ਮੀਡੀਆ ਵਾ ਇਹ ਇਮਰਾਨ ਖਾਨ ਦੇ ਹੱਕ 'ਚ ਬੜੇ ਬਿਆਨਾਂ ਦਿੰਦੇ ਪਏ ਨੇ ਇਮਰਾਨ ਖਾਨ ਦੇ ਹੱਕ 'ਚ ਬੋਲਦੇ ਨੇ ਇਹ ਹੈ ਉਹ ਹੈ ਉਹਨੂੰ ਕੀ ਟੈਨਸ਼ਨ ਬਣੀ ਦੀ ਹੈ ਅੱਛਾ ਆਪਣੇ ਸਾਰਿਆਂ ਭੈਣਾਂ ਭਰਾਵਾਂ ਜੋ ਮੈਂ ਬਦਸੂਰਤੀ ਹੈ ਤੇ ਇਹ ਡੱਡੂ ਚਾਹ ਜੀ ਮੇਰੇ ਤੋਂ ਵੀ ਬਦਸੂਰਤੀ ਹੈ ਇਹਦੀ ਸ਼ਕਲ ਤੱਕ ਲੋ ਪਹਿਲੇ ਇਹਦੀ ਮਾਂ ਦਾ ਕਿਰਦਾਰ ਤੱਕੋ ਇਹਦਾ ਖਾਨਦਾਨ ਤੱਕੋ ਨਸਲ ਤੱਕੋ ਉਹਨਾਂ ਰੱਖੀ ਇਸੇ ਵਾਸਤੇ ਕਿ ਮੱਕਾਰ ਔਰਤ ਹੈ ਜਿਹੜੇ ਸਭ ਇਹਦਾ ਕੀ ਗੱਲ ਕਰਦੇ ਸੀ ਜਿਹੜਾ ਇਹ ਉਹ ਮੁਸ਼ਕਲ ਹੈ ਜਿਹੜਾ ਵੀਰੇ ਦਾਖਲ ਹੈ
या ख्वाजा आसफ है या जो राणा ओके ना ਉਹਦੇ ਤਨਵੀਰ ਦੀ ਸ਼ਕਲ ਤੋਂ ਕੋਈ ਬਗੈਰਤ ਦੇ ਬੱਚੇ ਦੀ ਚੈਲੰਜ ਕਿਹਨੂੰ ਕਰਦਾ ਪਿਆ ਇਮਰਾਨ ਖਾਨ ਨੂੰ ਮੇਰਾ ਇਲੈਕਸ਼ਨ ਲੜ ਲੈ ਉਹ ਜਿਹੜੇ ਕੁੱਤੇ ਬਹੁਤ ਗੰਦੇ ਹੋਣ ਨਾ ਉਹ ਵੱਡੇ ਬੰਦੇ ਨੂੰ ਲੜ ਕਰਦੇ ਨੇ ਹੈ ਉਹ ਮੇਰੇ ਨੰਬਰ ਇਹ ਤੇਰੇ ਨੰਬਰ ਨਹੀਂ ਬਣਦੇ ਸਾਹਿਬ ਪਰਸੋਂ ਐਸਾ ਸਲਵਾਨ ਦੀ ਬੀਵੀ ਟੈਕਸੀ ਪੂਰੀ ਦੁਨੀਆ ਦੀ ਉਹ ਬਕਵਾਸ ਕਰਦੀ ਤੁਹਾਡੀ ਕਿਹੜਾ ਤੇਰਾ ਕਿਹੜੇ ਦਾਦੇ ਦੀ ਪੋਤਰੀ ਕਿਹੜੇ ਬਾਪ ਦੀ ਧੀ ਹੈ ਤੂੰ ਤੇਰੀ ਔਕਾਤ ਕਿ ਦਾ ਲੱਗ ਗਿਆ ਅੱਜ ਕਿਹੜੀ ਖਾਦਾ ਤੁਸੀਂ ਕੁੱਤੇ ਦੀ ਮੌਤ ਮਰਨੇ ਮੁਕਾਫਾਤ ਅਮਲ ਹੈ ਮੇਰਾ ਈਮਾਨ ਹੈ ਜਿਹਨੇ ਆਪਣੀ ਕੌਮ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਦੇ ਜੀਵੇ ਨਹੀਂ ਬਲੇ ਨਾ ਜ਼ਰਦਾਰੀ ਦੀ ਨਸਲ ਰਹਿਣੀ ਨਾ ਸ਼ਰੀਫੇ ਦੀ ਰਹਿਣੀ ਹੈ ਨਾ ਸ਼ਬਾਇ ਇਹ ਨਸਲ ਨਹੀਂ ਰਹਿੰਦੀ ਜੋ ਮਰਜ਼ੀ ਆਰਾਮ ਕਥਾ ਕੀਤੀ ਜੇ ਇਹ ਦੇਣਾ ਜੀ ਇੱਥੇ ਹੀ ਤੇ ਉਹ ਇਮਰਾਨ ਖਾਨ ਤੈਨੂੰ ਉਹ ਤੇਰੀ ਔਕਾਤ ਕੀ ਹੈ ਕੋਈ ਦੱਸ ਮੈਨੂੰ ਤੂੰ ਉਹ ਸਫਦਰਵਾਨ ਦੀ ਬੀਵੀ ਹੈ ਉਹ ਤੇਰੇ ਨਾਲ ਆਜ਼ਾਦ ਵਾਲੀ ਸੁਣ ਤੁਸੀਂ ਕਹਿੰਦੇ ਉਹਦੀ ਔਕਾਤ ਕੋਈ ਨਹੀਂ ਉਹਦੇ ਕਹਿਣ ਦੇ ਵਾਲੀ ਕਿਰਦਾਰ ਦੀਆਂ ਔਰਤਾਂ ਇਮਰਾਨ ਖਾਨ ਦੇ ਮਗਰ ਅੱਜ ਬੁੱਢੀ ਉਮਰ ਵੀ ਮਰਦੀ ਹੈ ਉਹ ਗੱਲ ਸੁਣੋ ਬੁੱਢੀਆਂ ਤੇ ਮਰਦੀਆਂ ਨੇ ਉਹਦੇ ਕਹਿਣ ਤੇ ਪਾਕਿਸਤਾਨ ਚੱਲਣ ਡਿਆ ਵਾ ਉਹ ਜੋ ਆਰਡਰ ਕਰਦੀ ਏ ਉਹੀ ਮੰਨਿਆ ਜਾਂਦਾ ਤੁਸੀਂ ਕਹਿੰਦੇ ਉਹਦੀ ਔਕਾਤ ਕੋਈ ਨਹੀਂ ਹੈਗੀ ਕੋਈ ਉਹਦੀ ਔਕਾਤ ਨਹੀਂ ਅਗਰ ਉਹਦੇ ਕਹਿਣ ਦੀ ਚਾਰ ਬੇਗੈਰਤ ਬੰਦੇ ਨੇ 10,000 ਜਨਰਲ ਬੇਗੈਰਤ ਨੇ ਮੁਨਾਫਿਕ ਨੇ ਜ਼ਲਮੀ ਨੇ ਗਦਾਰ ਨੇ ਉਹਨਾਂ ਨੇ ਵੀ ਆਪਣੇ ਭੁਗਤਣੇ ਤੇ ਜਿਹੜੇ ਉਹਨਾਂ ਥੱਲੇ ਨੇ ਜਿਹਨਾਂ ਨੂੰ ਸਪੋਰਟ ਦੇ ਰਹੇ ਨੇ ਜਵੇਦ ਸਾਹਿਬ ਅਰਬਾਂ ਰੁਪਈਆ ਇੱਕ ਦਿਨ ਦਾ ਕੋਈ ਨੁਕਸਾਨ ਹੁੰਦਾ ਪਿਆ ਇਹ ਜਿੰਨੇ ਦੇ 7 ਮਹੀਨੇ ਇੰਨਾ ਵਾਜਬ ਨੁਕਸਾਨ ਨਹੀਂ ਕੀਤਾ 6 ਸਾਲਾਂ ਚ ਜਿੰਨਾ ਖਾਸ ਮੈਂ ਮੁਨਾਫਿਕ ਨੇ 7 ਮਹੀਨੇ ਚ ਮੇਰੇ ਮੁਲਕ ਦਾ ਕਰ ਸੜਿਆ ਇਤਨਾ ਲੁੱਟ ਪਾਈ ਇਹ ਸ਼ਬਾਜ਼ੇ ਨੇ 80 ਵਜ਼ੀਰਾਂ ਨੇ ਪੂਰੇ ਮੁਲਕ ਵਿੱਚ ਉਹ ਖੁਦ ਆਪੋ ਅਰਬਾਂ ਕਿਸੇ ਕਰਦਾ ਪਿਆ ਇਹ ਆ ਜੀ 84 ਅਰਬ ਦਾ ਆਟਾ 4 ਅਰਬ ਦਾ ਆਟਾ ਬਣਿਆ ਉਹ ਗੱਲ ਸੁਣੋ ਹੁਣ ਆਟਾ ਤੇ ਪੁਰਾਣਾ ਹੋ ਗਿਆ ਇਹੋ ਸਭ ਪੁਰਾਣੀ ਗੱਲ ਹੋ ਗਈ ਆਟੇ ਦੀ ਹੁਣ ਤੇ ਕਈ ਗੱਲਾਂ ਉਹਦੇ ਬਾਅਦ ਚ ਕੌਮ ਬੜੀ ਜਾਹਿਲ ਜੇਕਰ ਕੌਮ ਜਾਹਿਲ ਨਾਲ ਵਿੱਚ ਵੇਚ ਮੈਂ ਕਰਨਾ ਪਿਆ ਇਹ ਗੱਲ ਲੋਕਾਂ ਨੂੰ ਸੁਣਨ ਦਿਓ ਔਰ ਦੱਲਿਓ 80 ਅਰਬ ਰੁਪਇਆ ਆਟੇ ਚ ਖਾ ਗਿਆ ਤੁਹਾਨੂੰ ਕਿਸੇ ਨੂੰ ਪਤਾ ਸੁੱਤੀ ਜਾਹਿਲ ਕੌਮ ਤੇ ਮੈਂ ਅਰਜ਼ ਕਰਨਾ ਜਵੇਦ ਸਾਹਿਬ ਜਿਸ ਵੇਲੇ ਗੰਦ ਫੈਲਦਾ ਨਾ ਸੈਲਾਬ ਆਉਂਦਾ ਦੇਖੋ ਨਾ ਇੰਡੀਆ ਨੇ ਪਾਣੀ ਖੋਲਿਆ ਅੱਜ ਉੱਥੇ ਬਾਰਿਸ਼ ਹੋਈ ਸੈਲਾਬ ਬਣਾਇਆ ਸਤਲੁਜ ਬਿਆਸ ਚ ਤੇ ਖਾਲੀ ਇਹ ਨਹੀਂ ਨਾ ਗਰੀਬਾਂ ਦੀਆਂ ਜ਼ਮੀਨਾਂ ਰੁੜਨੀਆਂ ਨੇ ਜੇ ਕਿਸੇ ਤਗੜੇ ਦੀ ਵੀ ਜ਼ਮੀਨ ਨੇੜੇ ਹੈ ਨਾ ਜਾਂ ਕੋਈ ਬੰਦਾ ਦਰਿਆ ਚੋਂ ਲੰਘਦਾ ਜਾਂ ਕਿਸੇ ਨੂੰ ਨਹੀਂ ਪਤਾ ਪਾਣੀ ਲਗਾ ਹੁੰਦਾ ਜੋ ਕੁਝ ਹੁੰਦਾ ਪਿਆ ਨਾਲ ਕਈਆਂ ਦਾ ਨੁਕਸਾਨ ਹੋ ਜਾਏਗਾ ਜੇ ਕਰਾਚੀ ਨਹੀਂ ਪਰ ਉਹ ਗਰੀਬਾਂ ਦੀ ਉਹ ਤੁਹਾਨੂੰ ਪਤਾ ਹੀ ਨਹੀਂ ਫਿਰ ਹੈਗਾ ਤੁਸੀਂ ਪਤਾ ਨਹੀਂ ਉਹ ਜਿਹੜੇ ਅਮੀਰ ਨੇ ਉਹ ਗਰੀਬਾਂ ਦੀਆਂ ਜ਼ਮੀਨਾਂ ਨਾਲ ਪਾਣੀ ਮੋੜ ਦਿੰਦੇ ਨੇ ਆਪਣੀਆਂ ਬਚਾ ਲੈਂਦੇ ਨੇ ਜ਼ਮੀਨਾਂ ਵੀ ਮੋੜਦੇ ਨੇ ਪਰ ਉਹ ਇੱਕ ਦੋ ਹੀ ਨਹੀਂ ਮੁੜਦਾ ਜਦੋਂ ਰੱਬ ਦਾ ਅਜ਼ਾਬ ਆਉਂਦਾ ਨਾ ਤੇ ਜੋ ਮਰਜ਼ੀ ਏਦਾਂ ਕਰ ਇਹਨਾਂ ਨੇ ਬੜੇ ਬੜੇ ਸਵਾਦ ਵਿੱਚ ਬੜੇ ਬੜੇ ਹੋਟਲ ਬਣਾਏ ਸਰਕਾਰੀ ਜਗ੍ਹਾ ਦਰਿਆਵਾਂ ਨਾਲੇ ਕਬਜ਼ੇ ਕਰਕੇ ਅਰਬਾਂ ਰੁਪਈਆ ਲਾ ਕੇ ਕਰੋੜਾਂ ਤਮਾਸ਼ਬੀਨੀ ਨਹੀਂ ਹੁੰਦੀ ਤੇ ਜਿਸ ਵੇਲੇ ਰੱਬ ਦਾ ਅਜ਼ਾਬ ਹੈ ਤੇ ਸਭ ਤੋਂ ਪਹਿਲਾਂ ਉਹ ਹੋਟਲ ਰੁੜੇ ਨੇ ਜਿਹੜੇ ਸਭ ਜੋ ਮਰਜ਼ੀ ਪੇ ਕਰਨੇ ਜਿਸ ਵੇਲੇ ਵਕਤ ਆਉਣਾ ਨਾ ਇਹ ਤੁਸੀਂ ਤੱਕ ਲਿਓ ਇਹ ਆਸਮਾ ਮੁਨਾਫਿਕ ਦੀ ਜੋ ਕਰਵਾਉਂਦੇ ਪਏ ਪੂਰੇ ਮੁਲਕ ਜਿੰਨਾ ਜ਼ੁਲਮ ਕਰਵਾਉਂਦੇ ਪਏ ਕਰਵਾਉਂਦੇ ਪਏ ਉਹ ਜਿਹੜੇ ਨਾਲ 10,000 ਜਲਣ ਲੱਗੇ ਨੇ ਔਰ ਜਿਹੜੇ ਥੱਲੇ ਨਾਲ ਸਪੋਰਟ ਪੇ ਕਰਦੇ ਨੇ ਇਹ ਮੁਲਕ ਦੀ ਤਬਾਹੀ ਦੇ ਜ਼ਿੰਮੇਦਾਰ ਅੱਛਾ ਅੱਜ ਜਦੋਂ ਸ਼ਬਾਜ਼ ਸ਼ਰੀਫ ਤਕਰੀਰ ਕਰ ਰਿਹਾ ਸੀ ਤੇ ਉਹ ਬੜੇ ਆਰਾਮ ਨਾਲ ਬੈਠਾ ਦਾ ਸੀ ਬੜੇ ਇੰਜ ਉਹਦੀ ਸ਼ਕਲ ਦੇਖੀ ਸੀ ਤੁਸੀਂ ਨਹੀਂ ਮੈਂ ਨਹੀਂ ਦੇਖੀ ਮੈਂ ਹਸਪਤਾਲੋਂ ਆਇਆ ਨਾ ਦਰਸ਼ੀ ਕਰਾ ਕੇ ਤੇ ਮੈਂ ਚੰਗਾ ਹੋਇਆ ਨਹੀਂ ਵੇਖੀ ਜੇ ਵੇਖ ਲੈਂਦੇ ਤੇ ਫਿਰ ਹਸਪਤਾਲ ਜਾਣਾ ਪੈਣਾ ਸੀ ਇਹ ਜਾਣਾ ਪੈਣਾ ਤੁਹਾਨੂੰ ਮੇਰੀ ਨਾ ਤੁਹਾਨੂੰ ਦੱਸਣਾ ਇਹ ਨੋਟ ਕਰ ਲਓ ਸੋਮਵਾਰ ਤੇ ਬੁੱਧ ਵਾਲੇ ਦਿਨ ਤੇ ਜੁਮੇ ਵਾਲੇ ਦਿਨ 3 ਦਿਨ ਮੇਰੀ ਪਹਿਲੇ ਪੈਰ ਸਵੇਰੇ ਮੈਂ 800 ਲਾ ਕੇ ਤੇ 12:15 ਤੱਕ ਮੈਂ ਹਸਪਤਾਲ ਹੁੰਦਾ ਤੇ ਫਿਰ ਗੱਡੀ ਕਦੇ ਠੀਕ 12:15 ਆ ਜਾਂਦੀ ਕਦੇ 12:30 ਸਫ਼ਰ ਦਾ 15 ਮਿੰਟਾਂ ਦਾ ਮੇਰੇ ਘਰ ਦਾ ਪਰ ਇਹ ਨਾ ਉਹ ਡਰਾਈਵਰ ਫਿਰ ਹਸਪਤਾਲ ਦੀਆਂ ਗੱਡੀਆਂ ਨੇ ਬਿਜ਼ੀ ਹੁੰਦੀਆਂ ਨੇ ਕਦੇ 10 ਵਜੇ ਪਹਿਲਾਂ ਆ ਜਾਂਦੀ ਕਦੇ ਲੇਟ ਆ ਜਾਂਦੀ ਹੈ ਕਿੰਨੀ ਦੇਰ ਲੱਗਦੀ ਹੈ ਉੱਥੇ ਇਹ ਜਿਹੜਾ ਸਿਸਟਮ ਹੈ ਗੁਰਦੇ ਸਾਫ਼ ਕਰਨ ਦਾ ਕਿੰਨੀ ਦੇਰ ਲੇਟਣਾ ਪੈਂਦਾ 4 ਘੰਟੇ ਉਹ ਤੁਹਾਡੀ ਖੈਰ ਹੋ ਜੇ 4 ਘੰਟੇ ਲੇਟੇ ਰਹਿਣਾ 4 ਘੰਟੇ ਜੀ ਪੂਰੇ 800 ਲੱਗ ਗਏ 12 ਵਜੇ ਮਸ਼ੀਨ ਲਾਉਂਦੇ ਨੇ ਤੇ 8 ਸਾਲ ਹੋ ਗਏ ਜਿਵੇਂ ਸਭ ਨੂੰ ਕਰਾਉਂਦੇ ਨਹੀਂ ਤੇ ਉਹ ਕੋਈ ਖਾਣ ਪੀਣ ਨਹੀਂ ਦਿੰਦੇ 4 ਘੰਟੇ ਦੇ ਦੌਰਾਨ ਜਾਂ ਪੈਂਜੀ ਬੈਠੇ ਲੇਟੇ ਰਹਿਣਾ ਜੀ ਅੱਜ ਜਾਂਦੇ ਆ ਸਵੇਰੇ ਦਿੰਦੇ ਨੇ ਭਾਵੇਂ ਤੁਸੀਂ ਪੀਣਾ ਜੂਸ ਤੇ ਭਾਵੇਂ ਪੀਣੀ ਹੈ ਕਾਫੀ ਤੇ ਭਾਵੇਂ ਪੀਣੀ ਹੈ ਜਿਹੜੀ ਜਿਹਨੂੰ ਅਸੀਂ ਕਾਪੂਚੀਨੋ ਆਨੇ ਦੁੱਧ ਪੱਤੀ ਜਿਹੜੀ ਚੀਜ਼ ਮਰਜ਼ੀ ਜਿਹੜੀ ਉਹਨੂੰ ਇਹ ਕਾਪੂਚੀਨੋ ਵਾਲੀ ਦੁੱਧ ਪੈ ਜਾਂਦਾ ਇੱਕ ਖਾਲੀ ਕਾਫੀ ਹੁੰਦੀ ਹੈ ਤੇ ਇੱਕ ਨਾਲ ਭਾਵੇਂ ਜੂਸ ਲੈ ਲਓ ਤੇ ਨਾਲ ਤੁਹਾਨੂੰ ਬਿਸਕੁਟ ਦਿੰਦੇ ਨੇ ਤੇ ਜਿਸ ਵੇਲੇ ਖਤਮ ਹੁੰਦੀ ਹੈ ਨਾ ਡੈਰਸੀ ਤੇ ਫੇਰ ਦਿੰਦੇ ਨੇ ਇੱਕ ਉਹਨੂੰ ਪਾਨਾ ਜਿਹਾ ਹੁੰਦਾ ਉਹਦੇ ਚ ਲੱਗੇ ਹੁੰਦੇ ਨੇ ਸਾਨੂੰ ਮੁਸਲਮਾਨਾਂ ਨੂੰ ਦਿੰਦੇ ਨੇ ਵਿੱਚ ਮੱਖਣ ਲੱਗਿਆ ਹੁੰਦਾ ਤੇ ਜਿਹੜੇ ਦੂਜੇ ਉਹ ਜੂਸ ਮੰਗੋ ਜੂਸ ਦਿੰਦੇ ਨੇ ਚਾਹ ਮੰਗੋ ਚਾਹ ਦਿੰਦੇ ਨੇ ਤੇ ਖਾ ਕੇ ਉੱਥੋਂ ਤੋਂ ਬਾਅਦ ਫਿਰ ਟੁਰੋ ਵਰਨਾ ਚੱਕਰ ਆ ਜੇ ਬੰਦਾ ਚੱਲਦਾ ਡੈਥ ਵੀ ਹੋ ਸਕਦੀ ਹੈ ਅੱਛਾ ਮੰਜੀ ਨੂੰ ਤਾਂ ਲਾਉਂਦੇ ਨੇ ਜਦੋਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਚੈੱਕ ਹੋਵੇ ਤੁਹਾਡੀ ਇਟਲੀ ਇਲਾਜ ਬੜਾ ਜਿਵੇਂ ਸਭ ਜ਼ਿੰਦਗੀ ਮੌਤ ਰੱਬ ਕੋਲ ਨਾ ਬਿਮਾਰੀਆਂ ਰੱਬ ਲੈਣੀ ਹੈ ਬੰਦੇ ਨੇ ਖਿਲਾਣੀ ਹੈ ਲੇਕਿਨ ਇਲਾਜ ਕੋਈ ਸ਼ੱਕ ਨਹੀਂ ਇਨਸਾਨੀਅਤ ਵੀ ਕੋਈ ਸ਼ੱਕ ਨਹੀਂ ਹੈ ਬਿਲਕੁਲ
चलो ठीक है, अज बड़ा हो गया, जी अज हो गई गपशप काफी ਤੁਹਾਡੇ ਨਾਲ। इंशाल्लाह मैं ताबेदार कल जो लैंड कल वेला होगा ना कल ते आराम रेस्ट आई हाँ कल जरा एनर्जी आ जाएगी ना तो फिर ਤੁਹਾਡੇ ਨਾਲ लंबा प्रोग्राम करांगे ना। लिख लिया करो 2-4 पॉइंट गालां शालां किनू नहीं कढ़नियां ते किनू कढ़नियां ने। नहीं किसी ने गाल नहीं कढ़नी मैं थोड़ी गल समझ गाल कढ़नी नहीं वही सच कर दो सी मुनाफा कर दे ਇਹ ਆਖਦੇ ਇਹ ਗੱਲ ਸੁਣੀ ਹੈ ਬਿਲਕੁਲ ਕੋਈ ਲੋੜ ਨਹੀਂ ਗਾਲ ਕੱਢ ਕੇ ਉਦੋਂ ਉਹ ਬੰਦਾ ਕਹਿੰਦਾ ਤੁਸੀਂ ਕਿਹਾ ਯਕੂਬ ਸਾਹਿਬ ਨੂੰ ਗਾਲ ਨਹੀਂ ਕੱਢਣੀ ਤੇ ਯਕੂਬ ਸਾਹਿਬ ਨੇ ਨਾਲ ਹੀ ਕਿਹਾ ਵੀ ਉਹਦੇ ਕਪੂਰਿਆਂ ਵਗਰਾ ਮੂੰਹ ਹੈ ਗਾਲ ਨਹੀਂ ਕੱਢੀ। ਨਹੀਂ ਉਹ ਗਾਲ ਤੇ ਨਾ ਮੂੰਹ ਵਾਕੀ ਇਹੋ ਜਿਹੀ ਕੁੜੀਆਂ ਵੀ ਇਹੋ ਜਿਹੀ ਐ ਸਾਡੀ ਸਾਡੇ ਕਰੋੜਾਂ ਅਰਬਾਂ ਰੁਪਏ ਲੱਗੇ ਜੇ ਪਾਕਿਸਤਾਨ ਵਾਲੇ ਨੇ ਉੱਤੇ ਕਰਾਏ ਚੜਾਈ ਸੋ ਜਿਹੜੀ ਉਹ ਕੇਮ ਸਰਜਰੀ ਉਹ ਲਾਓ ਤੇ ਵਿੱਚੋਂ ਉਹ ਹੀ ਹੈ ਜਿਹੜੀ 1992 ਚ ਆਈ ਗੱਭਰੂ ਗੋਸ਼ ਆ ਜੇ ਬਿਲਕੁਲ ਨਵਾਜ਼ੇ ਵਰਗਾ ਦਾ ਮੂੰਹ ਜਿਹਦਾ। ਅੱਛਾ ਚਲੋ ਸਰਜਰੀ ਦਾ ਕੰਮ ਸਭ ਸਰਜਰੀ ਕਮਾ ਕਰੋੜਾਂ ਰੁਪਏ ਦੀ ਸਰਜਰੀ ਦੀ ਹੁੰਦੀ ਹੈ ਤੇ ਸਾਡੇ ਪੈਸੇ ਨੇ। ਚਲੋ ਠੀਕ ਹੈ ਆਰਾਮ ਕਰੋ ਤੁਸੀਂ ਹੁਣ ਬੈਡ ਰੈਸਟ ਲਵੋ। इंशाल्लाह मेरी बहन को सलाम दो। ओके यकूब साहब आज क्योंकि हॉस्पिटल गए हुए थे इसलिए छोटा प्रोग्राम किया गया। हमारे चैनल को सब्सक्राइब करें, जुड़े रहे हमारे साथ, मिलेंगे नए प्रोग्राम में। अपना ख्याल रखें, अल्लाह हाफ़िज़।